सत श्री अकाल, नमस्कार, आदाब। ਅੱਜ ਦੇ ਇਸ ਐਪੀਸੋਡ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਜੇਕਰ ਘਰ ਦੇ ਵਿੱਚ ਵਾਸਤੂ ਦੋਸ਼ ਹੈ ਤੇ ਉਹਦੇ ਕਾਰਨ ਬਿਮਾਰੀਆਂ ਜਿਹੜੀਆਂ ਉਹ ਹੋ ਰਹੀਆਂ ਨੇ ਘਰ ਦੇ ਕਿਸੇ ਵੀ ਮੈਂਬਰ ਨੂੰ, ਜਿਵੇਂ ਕਿ ਆਪਾਂ ਗੱਲ ਕਰਦੇ ਰਹਿੰਦੇ ਆ ਕਿ ਜਿਸ ਦੀ ਕੁੰਡਲੀ ਦੇ ਵਿੱਚ ਜਿਹੜਾ ਵੀ ਪਲੈਨਟ ਵੀਕ ਹੋਵੇ ਜਾਂ ਉਸ ਦੀ ਦਸ਼ਾ ਚੱਲ ਰਹੀ ਹੋਵੇ, ਕੋਈ ਮਾੜੀ ਦਸ਼ਾ ਚੱਲ ਰਹੀ ਹੋਵੇ ਤੇ ਘਰ ਦੇ ਵਿੱਚ ਵਾਸਤੂ ਦੋਸ਼ ਵੀ ਹੋਵੇ ਤਾਂ ਬਿਮਾਰੀਆਂ ਜਿਹੜੀਆਂ ਨੇ ਉਹਨਾਂ ਦਾ ਜਿਹੜਾ ਵਧਣ ਦਾ ਜਿਹੜੇ ਕਾਰਕ ਨੇ ਉਹ ਹੋ ਜਾਂਦੇ ਨੇ। ਉਹਦੇ ਕਰਕੇ ਜਿਹੜੀ ਬਿਮਾਰੀ ਆ ਉਹ ਲੰਬੇ ਸਮੇਂ ਤੱਕ ਠੀਕ ਨਹੀਂ ਹੁੰਦੀ। ਤੇ ਜੇਕਰ ਵਾਸਤੂ ਦੋਸ਼ ਹੈ ਉਸ ਤੋਂ ਆਪਾਂ ਕਿਵੇਂ ਬਚੀਏ ਤਾਂ ਕਿ ਜਿਹੜੀਆਂ ਬਿਮਾਰੀਆਂ ਤੋਂ ਵੀ ਬਚ ਸਕੀਏ। ਜਦੋਂ ਆਪਾਂ ਗੱਲ ਕਰਦੇ ਹਾਂ ਬਿਮਾਰੀਆਂ ਦੀ ਤਾਂ ਇਹਨਾਂ ਦਾ ਵਾਸਤੂ ਤੇ ਐਸਟ੍ਰੋਲੋਜੀ ਨਾਲ ਦੋਵਾਂ ਨਾਲ ਹੀ ਸੰਬੰਧ ਹੈ। ਜਦੋਂ ਵੀ ਕਿਸੇ ਦੀ ਕੁੰਡਲੀ ਦੇ ਵਿੱਚ ਤੀਸਰੇ 6ਵੇਂ 8ਵੇਂ ਜਾਂ 12ਵੇਂ ਖਾਨੇ ਦੀ ਦਸ਼ਾ ਚੱਲ ਰਹੀ ਹੁੰਦੀ ਆ ਤਾਂ ਉਸ ਵੇਲੇ ਜਿਹੜੀਆਂ ਬਿਮਾਰੀਆਂ ਜਾਂ ਰੋਗ ਲੱਗਣ ਦੇ ਚਾਂਸਿਸ ਜ਼ਿਆਦਾ ਹੁੰਦੇ ਆ। ਤੇ ਫਿਰ ਡਿਪੈਂਡ ਕਰਦਾ ਹੈ ਜਿਹੜਾ ਲਗਨੇਸ਼ ਹੈਗਾ, ਜੇਕਰ ਯਾਨੀ ਲਾਰਡ ਆਫ ਅਸੈਂਡੈਂਟ ਆ ਉਹ ਜ਼ਿਆਦਾ ਵੀਕ ਹੋਵੇ ਤਾਂ ਵੀ ਜਿਹੜੀਆਂ ਬਿਮਾਰੀਆਂ ਦਾ ਜਿਹੜਾ ਪ੍ਰਕੋਪ ਹੈ ਉਹ ਵੱਧ ਜਾਂਦਾ ਆ। ਜੇਕਰ 6ਵੇਂ ਖਾਨੇ ਦਾ ਸਵਾਮੀ ਜਿਹੜਾ ਕਿ ਰੋਗ ਵਾਲਾ ਖਾਨਾ ਹੈਗਾ, ਜੇ ਉਸ ਦੀ ਦਸ਼ਾ ਚੱਲ ਰਹੀ ਹੈ ਜਾਂ 6ਵੇਂ ਖਾਨੇ ਦੇ ਵਿੱਚ ਜਿਹੜੇ ਪਲੈਨਟ ਬੈਠੇ ਆ, ਇਸੇ ਤਰ੍ਹਾਂ 8ਵੇਂ ਤੇ 12ਵੇਂ ਖਾਨੇ ਦੇ ਵਿੱਚ ਉਹਨਾਂ ਦੀ ਦਸ਼ਾ ਦੇ ਵਿੱਚ ਦਸ਼ਾ ਜਾਂ ਅੰਤਰ ਦਸ਼ਾ ਦੇ ਵਿੱਚ ਕਾਫੀ ਜ਼ਿਆਦਾ ਰੋਗਾਂ ਦੀ ਜਿਹੜੀ ਪੋਸੀਬਿਲਿਟੀ ਆ ਉਹ ਹੋ ਜਾਂਦੀ ਆ। ਤੇ ਨਾਲ ਹੀ ਉਹ ਦਸ਼ਾ ਦਾ ਵੀ ਸੰਬੰਧ ਹੁੰਦਾ। ਜੇਕਰ ਉਹ ਦਸ਼ਾ ਚੰਦਰਮਾ ਨਾਲ ਰਿਲੇਟਿਡ ਹੈਗੀ ਆ ਤਾਂ ਫਿਰ ਮਾਨਸਿਕ ਰੋਗ ਨੇ ਜਿਹੜੇ ਉਹ ਵੱਧ ਜਾਂਦੇ ਆ। ਜੇਕਰ ਸੂਰਿਆ ਦੀ ਦਸ਼ਾ ਜਾਂ ਅੰਤਰ ਦਸ਼ਾ ਤੁਹਾਡੇ ਲਈ ਫੇਵਰੇਬਲ ਨਹੀਂ ਹੈਗੀ ਜਾਂ ਉਹ ਤੁਹਾਡੇ ਤੀਸਰੇ 6ਵੇਂ 8ਵੇਂ 12ਵੇਂ ਖਾਨੇ ਦਾ ਸਵਾਮੀ ਹੈ ਤਾਂ ਹੱਡੀਆਂ ਦੇ ਰੋਗ, ਬਲੱਡ ਪ੍ਰੈਸ਼ਰ ਦੇ ਰੋਗ ਵੱਧ ਜਾਂਦੇ ਨੇ। ਸੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਦਸ਼ਾ ਜਿਹੜੀ ਆ ਉਹ ਹੋਰੋਸਕੋਪ ਤੋਂ ਪਤਾ ਲੱਗਦੀ ਹੈ, ਪਰ ਜਿਹੜੀ ਦਿਸ਼ਾ ਹੈ ਉਹ ਪਤਾ ਲੱਗਦੀ ਹੈ ਆਪਣੇ ਘਰ ਦੇ ਵਾਸਤੂ ਤੋਂ। ਕਈ ਵਾਰ ਜਿਹੜੀ ਦਸ਼ਾ ਆ ਉਹ ਵਧੀਆ ਹੁੰਦੀ ਆ ਪਰ ਦਿਸ਼ਾ ਵਧੀਆ ਨਹੀਂ ਹੁੰਦੀ, ਯਾਨੀ ਘਰ ਦੇ ਵਿੱਚ ਜੇਕਰ ਵਾਸਤੂ ਦੋਸ਼ ਹੈ ਤਾਂ ਉਹਦੇ ਨਾਲ ਦਸ਼ਾ ਠੀਕ ਹੁੰਦੇ ਹੋਏ ਵੀ ਜਿਹੜੇ ਰੋਗ ਨੇ ਉਹ ਲੱਗਦੇ ਰਹਿੰਦੇ ਆ। ਤੇ ਜੇਕਰ ਦਸ਼ਾ ਤੇ ਦਿਸ਼ਾ ਦੋਵੇਂ ਹੀ ਰੋਂਗ ਹੋਣ ਫਿਰ ਜਿਹੜੇ ਇਹ ਰੋਗ ਨੇ ਇਹ ਜ਼ਿਆਦਾ ਸਵੀਅਰ ਹੋ ਜਾਂਦੇ ਆ, ਜ਼ਿਆਦਾ ਘਾਤਕ ਹੋ ਜਾਂਦੇ ਨੇ। ਹਰੇਕ ਪਲੈਨਟ ਦਾ ਕਿਸੇ ਨਾ ਕਿਸੇ ਰੋਗ ਨਾਲ ਸੰਬੰਧ ਹੈ। ਇਸੇ ਤਰ੍ਹਾਂ ਜਿਹੜਾ ਘਰ ਦਾ ਵਾਸਤੂ ਹੁੰਦਾ ਉਸ ਦੇ ਵੀ ਹਰੇਕ ਕਾਰਨਰ ਦਾ ਜਾਂ ਆਪਾਂ ਕਹਿ ਲਈਏ ਹਰੇਕ ਸਥਾਨ ਦਾ ਕਿਸੇ ਨਾ ਕਿਸੇ ਗ੍ਰਹਿ ਦੇ ਨਾਲ ਸੰਬੰਧ ਹੁੰਦਾ ਹੈ। ਤੇ ਨਾਲ ਹੀ ਆਪਾਂ ਗੱਲ ਕਰਦੇ ਹੁੰਦੇ ਹਾਂ ਕਿ ਜਿਹੜੇ 5 ਤੱਤਵ ਨੇ ਕਿਸੇ ਵੀ ਸਥਾਨ ਦੇ, ਭਾਵੇਂ ਉਹ ਘਰ ਹੈਗਾ, ਰੈਜ਼ੀਡੈਂਸ਼ੀਅਲ ਬਿਲਡਿੰਗ ਹੋ ਗਈ, ਕਮਰਸ਼ੀਅਲ ਹੋ ਗਈ, ਇੰਡਸਟਰੀਅਲ ਬਿਲਡਿੰਗ ਹੋ ਗਈ, ਕਿਉਂਕਿ ਉੱਥੇ ਵੀ ਲੋਕ ਕੰਮ ਕਰਦੇ ਨੇ। ਜੇਕਰ ਉੱਥੇ ਜਿਹੜੇ ਵਾਸਤੂ ਦੋਸ਼ ਨੇ, ਭਾਵੇਂ ਉਹ ਜਿਹੜਾ ਵਾਸਤੂ ਦੋਸ਼ ਹੈਗਾ ਉਹ ਕਿਸੇ ਤੱਤ ਦੇ ਵੱਧ ਹੋਣ ਕਾਰਨ ਜਾਂ ਘੱਟ ਹੋਣ ਕਾਰਨ ਜਾਂ ਰੋਂਗ ਜਗ੍ਹਾ 'ਤੇ ਹੋਣ ਕਾਰਨ ਜਿਹੜੇ ਰੋਗ ਨੇ ਉਹ ਤੰਗ ਕਰਦੇ ਨੇ। 5 ਤੱਤਵ ਜਿਹੜੇ ਨੇ ਉਹ ਮੰਨੇ ਜਾਂਦੇ ਨੇ ਵਾਸਤੂ ਦੇ ਵਿੱਚ, ਜਿਵੇਂ ਏਅਰ ਹੈ, ਹਵਾ ਕਹਿ ਦਿੰਦੇ ਆਪਾਂ, ਅਗਨੀ, ਫਾਇਰ, ਪਾਣੀ, ਵਾਟਰ, ਫਿਰ ਅਰਥ ਦਾ ਤੱਤ ਹੈਗਾ ਆ, ਸਪੇਸ ਦਾ ਤੱਤ ਹੈਗਾ। ਜੇ ਇਹ ਜਿਹੜੇ ਤੱਤਵ ਨੇ ਉਹਨਾਂ ਦੀ ਵਾਧ ਘਾਟ ਹੋ ਜਾਵੇ ਜਾਂ ਵੱਧ ਹੋਣ ਲੋੜ ਤੋਂ ਵੱਧ ਜਾਂ ਘੱਟ ਹੋਣ ਤਾਂ ਉਹ ਰੋਗ ਦਾ ਕਾਰਨ ਬਣਦੇ ਆ। ਜਾਂ ਫਿਰ ਰੋਂਗ ਜਗ੍ਹਾ 'ਤੇ ਹੋਣ, ਜਿਵੇਂ ਨਾਰਥ ਈਸਟ ਕਾਰਨਰ ਹੈ, ਉਹ ਜਲ ਦਾ ਸਥਾਨ ਹੈ, ਪਾਣੀ ਦਾ ਸਥਾਨ ਹੈ। ਜੇਕਰ ਉੱਥੇ ਆਪਾਂ ਕਿਚਨ ਬਣਾ ਲੈਂਦੇ ਹਾਂ ਤਾਂ ਉੱਥੇ ਅਗਨੀ ਤੱਤਵ ਜਿਹੜਾ ਆ ਉਹ ਭਾਰੂ ਹੋ ਜਾਂਦਾ। ਤਾਂ ਉਸ ਨਾਲ ਅਗਨੀ ਤੱਤਵ ਨਾਲ ਹੋਣ ਵਾਲੀਆਂ ਬਿਮਾਰੀਆਂ, ਜਿਵੇਂ ਕਿ ਖੂਨ ਨਾਲ ਸੰਬੰਧਿਤ, ਜਿਵੇਂ ਐਲਰਜੀ ਵਗੈਰਾ ਹੋ ਜਾਂਦੀ ਆ ਜਾਂ ਬੋਡੀ 'ਤੇ ਕਈ ਵਾਰ ਫੋੜੇ ਫਿੰਸੀਆਂ ਹੋਣੇ ਸ਼ੁਰੂ ਹੋ ਜਾਂਦੇ ਆ। ਤੇ ਨਾਲ ਹੀ ਜਲ ਤੱਤਵ ਵਾਲੇ ਰੋਗ, ਜਲ ਤੱਤਵ ਜਿਹੜਾ ਹੈਗਾ ਉਹ ਸਾਡੀ ਬੋਡੀ ਦੇ ਵਿੱਚ ਜਿਹੜੇ ਹਾਰਮੋਨਸ ਨੇ ਜਾਂ ਜਿਹੜਾ ਵੀ ਫਲੂਇਡ ਹੁੰਦਾ ਉਹਦੇ ਨਾਲ ਸੰਬੰਧਿਤ, ਤੇ ਸਹੀ ਸਮੇਂ 'ਤੇ ਸਹੀ ਫੈਸਲਾ ਲੈਣਾ ਯਾਨੀ ਦਿਮਾਗ ਨੂੰ ਵੀ ਪ੍ਰਭਾਵਿਤ ਕਰਦਾ। ਸੋ ਇਸ ਤਰ੍ਹਾਂ ਇਹ ਕੋਈ ਵੀ ਤੱਤਵ ਜਿਹੜਾ ਵੱਧ ਘੱਟ ਹੋ ਜਾਂਦਾ ਆ ਉਹਦੇ ਨਾਲ ਜਿਹੜੇ ਰੋਗ ਨੇ ਉਹ ਵੱਧਦੇ ਘੱਟਦੇ ਨੇ। ਸੋ ਅਸੀਂ ਕੀ ਕਰ ਸਕਦੇ ਹਾਂ ਕਿ ਆਪਣਾ ਜਿਹੜਾ ਘਰ ਦਾ ਵਾਸਤੂ ਹੈ ਜਾਂ ਸਾਡੇ ਬਿਜ਼ਨਸ ਦਾ ਕੋਈ ਵੀ ਵਾਸਤੂ ਆ ਉਹ ਠੀਕ ਰਹੇ। ਸਭ ਤੋਂ ਪਹਿਲਾਂ ਆਪਾਂ ਨੂੰ ਇਹ ਦੇਖਣਾ ਚਾਹੀਦਾ ਕਿ ਜਦੋਂ ਵੀ ਆਪਾਂ ਕੋਈ ਪ੍ਰੋਪਰਟੀ ਲੈਣੇ ਹੈਗੇ ਆ ਕਿ ਉਹਦੇ ਲਈ ਸਮਾਂ ਠੀਕ ਹੈਗਾ।
ਜਦੋਂ ਵੀ ਲਗਨੇਸ਼ ਦੀ ਜਾਂ ਚਤੁਰਦੇਸ਼ ਹੁੰਦਾ ਜਿਹੜਾ ਚੌਥੇ ਖਾਨੇ ਦਾ ਸਵਾਮੀ ਆ, ਨੌਵੇਂ ਖਾਨੇ ਦਾ ਸਵਾਮੀ ਆ, ਕਿਉਂਕਿ ਉਹ ਗੁੱਡ ਲੱਕ ਦਾ ਸਵਾਮੀ ਹੁੰਦਾ ਹੈ, ਜਾਂ 10ਵੇਂ ਖਾਨੇ ਦੇ ਸਵਾਮੀ ਦੀ ਜਿਹੜੀ ਦਸ਼ਾ ਆਉਂਦੀ ਆ, ਜੇਕਰ ਉਹ ਫੇਵਰੇਬਲ ਹੈਗੀ ਪਲੱਸ ਉਹਦਾ ਸ਼ਨੀ ਤੇ ਮੰਗਲ ਨਾਲ ਸੰਬੰਧ ਹੋਵੇ ਤਾਂ ਪ੍ਰੋਪਰਟੀ ਜ਼ਰੂਰ ਬਣਦੀ ਆ। ਫਿਰ ਇਹ ਪ੍ਰੋਪਰਟੀ ਫਲਦਾਇਕ ਹੋਊਗੀ ਜਾਂ ਨਹੀਂ ਹੋਊਗੀ, ਇਹ ਡਿਪੈਂਡ ਕਰਦਾ ਹੈ ਕਿ ਸ਼ਨੀ ਤੇ ਮੰਗਲ ਦੀ ਸਥਿਤੀ ਤੁਹਾਡੀ ਕੁੰਡਲੀ 'ਚ ਕਿਹੋ ਜਿਹੀ ਆ। ਕਈ ਵਾਰ ਜਿਵੇਂ ਆਪਾਂ ਸ਼ਨੀ ਦੀ 60-37 ਦੀ ਗੱਲ ਕਰਦੇ ਹਾਂ ਜਾਂ ਸ਼ਨੀ ਦੇ ਢਈਏ ਦੀ ਗੱਲ ਕਰਦੇ ਹੁੰਦੇ, ਆਮ ਕਰਕੇ ਸਭ ਨੂੰ ਲੱਗਦਾ ਕਿ ਸ਼ਨੀ ਹਮੇਸ਼ਾ ਬੈਡ ਪ੍ਰਭਾਵ ਹੀ ਦਿੰਦੇ ਆ, ਪਰ ਇੱਦਾਂ ਨਹੀਂ ਹੁੰਦਾ। ਜਦੋਂ ਵੀ ਸ਼ਨੀ ਦੀ 60-37 ਚੱਲਦੀ ਹੈ, ਇਹਦੇ 3 ਚਰਨ ਹੁੰਦੇ ਆ ਮੇਨ, ਔਰ ਤਿੰਨੋਂ ਚਰਨ ਕੋਈ ਵੀ ਅਜਿਹਾ ਹੋਰੋਸਕੋਪ ਨਹੀਂ ਵੀ ਤਿੰਨੋਂ ਜਿਹੜੇ ਉਹਦੇ ਹੈਗੇ ਆ ਸਟੈਪ ਜਿਹੜੇ ਕਿ 2.5 ਸਾਲ ਦੇ ਹੁੰਦੇ ਆ, ਟੋਟਲ 7.5 ਸਾਲ ਜਿਹੜੇ ਆ ਵੀ ਉਹ ਹਾਨੀਕਾਰਕ ਹੀ ਹੋਣ, ਉਹ ਫਾਇਦੇਮੰਦ ਵੀ ਹੁੰਦੇ ਆ। ਇਹ ਦਸ਼ਾ ਉਦੋਂ ਹੁੰਦੀ ਹੈ ਭਾਵੇਂ ਸਿਹਤ ਲਈ ਉਹ ਜਿਹੜੀ ਦਸ਼ਾ ਬਹੁਤੀ ਨਾ ਠੀਕ ਹੋਵੇ, ਪਰ ਪ੍ਰੋਪਰਟੀ ਜ਼ਰੂਰ ਬਣਾ ਜਾਂਦੀ ਆ। ਅੱਜ ਕੱਲ੍ਹ ਜਿਵੇਂ ਕੈਂਸੇਰੀਅਨ ਹੈਗੇ ਆ ਜਾਂ ਮਕਰ ਰਾਸ਼ੀ ਵਾਲੇ ਆ, ਕੈਪਰੀਕੌਰਨ ਹੈਗੇ ਆ, ਇਹਨਾਂ ਨੂੰ ਸਿਹਤ ਸੰਬੰਧੀ ਪ੍ਰੋਬਲਮਸ ਕਾਫੀ ਆ ਰਹੀਆਂ ਨੇ ਸ਼ਨੀ ਕਰਕੇ, ਪਰ ਨਾਲ ਹੀ ਪ੍ਰੋਪਰਟੀਜ਼ ਬਣ ਰਹੀਆਂ ਇਹਨਾਂ ਦੀਆਂ, ਔਰ ਜਿਹੜੀਆਂ ਉਹ ਪ੍ਰੋਪਰਟੀਆਂ ਫਾਇਦੇਮੰਦ ਵੀ ਰਹਿਣਗੀਆਂ। ਸੋ ਇੱਦਾਂ ਇੱਕ ਤਾਂ ਸਮਾਂ ਦੇਖਣਾ ਚਾਹੀਦਾ ਪ੍ਰੋਪਰਟੀ ਲੈਣ ਵੇਲੇ। ਦੂਸਰਾ, ਪ੍ਰੋਪਰਟੀ ਲੈਣ ਤੋਂ ਪਹਿਲਾਂ ਜਿਹੜੀਆਂ ਚੀਜ਼ਾਂ ਆਪਾਂ ਚੈੱਕ ਕਰ ਸਕਦੇ ਹਾਂ ਉਹ ਕਰ ਲੈਣੀਆਂ ਚਾਹੀਦੀਆਂ। ਜਿਵੇਂ ਕਹਿੰਦੇ ਇਲਾਜ ਤੋਂ ਪਰਹੇਜ਼ ਜ਼ਿਆਦਾ ਜ਼ਰੂਰੀ ਹੈ। ਸੋ ਪਹਿਲਾਂ ਆਪਾਂ ਕੋਈ ਦਸ਼ਾ ਦੇ ਨਾਲ ਨਾਲ ਦਿਸ਼ਾ ਦੇਖ ਸਕਦੇ ਹਾਂ, ਸਲੋਪ ਦੇਖ ਸਕਦੇ ਹਾਂ। ਸਲੋਪ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਜਿਵੇਂ ਕਿ ਈਸਟ ਤੇ ਵੈਸਟ, ਨਾਰਥ ਤੇ ਸਾਊਥ, ਹਮੇਸ਼ਾ ਵੈਸਟ ਨਾਲੋਂ ਈਸਟ ਜਿਹੜਾ ਆ ਨੀਵਾਂ ਹੋਣਾ ਚਾਹੀਦਾ, ਤਾਂ ਕਿ ਈਸਟ ਸਾਈਡ ਤੋਂ ਚੜ੍ਹਦੇ ਸੂਰਜ ਦੀਆਂ ਜਿਹੜੀਆਂ ਕਿਰਨਾਂ ਨੇ ਉਹ ਭਰਪੂਰ ਆ ਸਕਣ ਘਰ ਦੇ ਵਿੱਚ। ਤੇ ਨਾਲ ਹੀ ਸਾਊਥ ਤੋਂ ਨਾਰਥ ਨੀਵਾਂ ਜਿਹੜਾ ਹੋਣਾ ਚਾਹੀਦਾ। ਸਾਡੀ ਧਰਤੀ ਦੀ ਸਥਿਤੀ ਇੱਦਾਂ ਹੀ ਆ, ਜਿੰਨੀ ਵੀ ਆਪਾਂ ਨੂੰ ਜ਼ਿਆਦਾ ਪੋਜ਼ਿਟਿਵ એનર્ਜੀ ਆ ਉਹ ਈਸਟ ਤੇ ਨਾਰਥ ਵੱਲੋਂ ਆਉਂਦੀ ਆ। ਸੋ ਇਹ ਚੀਜ਼ਾਂ ਆਪਾਂ ਪ੍ਰੋਪਰਟੀ ਲੈਣ ਤੋਂ ਪਹਿਲਾਂ ਵੀ ਦੇਖ ਸਕਦੇ ਹਾਂ। ਫਿਰ ਪਾਣੀ ਦਾ ਨਿਕਾਸ ਆਮ ਕਰਕੇ ਪਤਾ ਲੱਗ ਜਾਂਦਾ ਕਿ ਡਰੇਨ ਇੱਧਰੋਂ ਕਿੱਧਰ ਨੂੰ ਕਿੱਧਰ ਜਾ ਰਹੀ ਹੈ। ਸੋ ਜਿਹੜੇ ਡਰੇਨਸ ਦਾ ਸਿਸਟਮ ਹੈਗਾ ਆ, ਉਹ ਵੀ ਜਿਹੜਾ ਪਾਣੀ ਹੈ ਉਹ ਨਾਰਥ ਈਸਟ ਤੋਂ ਜਾਂ ਨਾਰਥ ਵਾਲੇ ਪਾਸੇ ਜਿਹੜਾ ਨਿਕਲਣਾ ਚਾਹੀਦਾ। ਜਦੋਂ ਸਾਊਥ ਵਾਲੇ ਪਾਸਿਓਂ ਪਾਣੀ ਨਿਕਲਦਾ ਹੈ ਤਾਂ ਉਹ ਵੀ ਰੋਗਾਂ ਦਾ ਕਾਰਨ ਹੁੰਦਾ ਹੈ। ਸਾਊਥ ਵੈਸਟ ਵਾਲੇ ਪਾਸੇ ਜੇ ਡਰੇਨ ਹੈਗੀ, ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਉਹ ਘਰ ਦੇ ਜਿਹੜੇ ਪੁਰਸ਼ ਨੇ, ਮੇਲ ਮੈਂਬਰ ਆ, ਉਹਨਾਂ ਦੀ ਸਿਹਤ ਲਈ ਗੁੱਡ ਨਹੀਂ ਹੁੰਦੀ। ਤੇ ਜੇ ਈਸਟ ਸਾਈਡ ਤੋਂ ਯਾਨੀ ਸਾਊਥ ਈਸਟ ਤੋਂ ਪਾਣੀ ਦੀ ਡਰੇਨ ਹੈਗੀ ਆ ਤਾਂ ਉਹ ਘਰ ਦੀਆਂ ਔਰਤਾਂ ਦੀ ਸਿਹਤ ਨੂੰ ਖਰਾਬ ਕਰਦੀ ਆ। ਸੋ ਇਹ ਚੀਜ਼ਾਂ ਨੇ ਜਿਹੜੀਆਂ ਕਿ ਆਪਾਂ ਦੇਖ ਸਕਦੇ ਹਾਂ ਕੋਈ ਵੀ ਪ੍ਰੋਪਰਟੀ ਲੈਣ ਤੋਂ ਪਹਿਲਾਂ। ਸਲੋਪ ਦੇਖੀ ਜਾ ਸਕਦੀ ਹੈ, ਡਰੇਨੇਜ ਦੇਖੀ ਜਾ ਸਕਦੀ ਆ। ਜੇ ਪ੍ਰੋਪਰਟੀ ਬਣੀ ਬਣਾਈ ਆ ਉਹਦੇ ਵਿੱਚ ਖਿੜਕੀਆਂ ਦੀ ਜਿਹੜੇ ਦਰਵਾਜ਼ੇ ਨੇ ਉਹਨਾਂ ਦੀ ਸਥਿਤੀ ਦੇਖੀ ਜਾ ਸਕਦੀ ਆ, ਕਿਉਂਕਿ ਲਾਈਟ ਵੀ ਜਿਹੜੀ ਹੈਗੀ ਉਹ ਤਾਂ ਖਿੜਕੀਆਂ ਤੇ ਦਰਵਾਜ਼ਿਆਂ ਰਾਹੀਂ ਆਉਣੀ ਆ। ਸੋ ਲਾਈਟ ਵੀ ਸਾਡੇ ਜੀਵਨ ਦੇ ਵਿੱਚ ਜਿਹੜੇ ਪ੍ਰਭਾਵ ਪਾਉਂਦੀ ਆ, ਔਰ ਵਾਸਤੂ ਦੇ ਵਿੱਚ ਇਸ ਦਾ ਮੇਨ ਰੋਲ ਜਿਹੜਾ ਆ ਉਹ ਹੁੰਦਾ ਆ। ਹੁਣ ਉਸ ਤੋਂ ਬਾਅਦ ਜਦੋਂ ਪ੍ਰੋਪਰਟੀ ਬਣ ਗਈ ਜਾਂ ਲੈ ਲਈ, ਜੇ ਤਾਂ ਬਣੀ ਬਾਈ ਪ੍ਰੋਪਰਟੀ ਲੈ ਲਈ ਉਹਦੀ ਹੋਰ ਗੱਲ ਹੈ, ਪਰ ਜੇ ਬਣਾਉਣੀ ਆ ਤਾਂ ਉਹਦੀ ਪਲੈਨਿੰਗ ਇੱਦਾਂ ਆਪਾਂ ਕਰ ਸਕਦੇ ਹਾਂ ਕਿ ਜਿਹੜੀ ਉਸ ਦੀ ਪਲੈਨਿੰਗ ਦੇ ਵਿੱਚ ਹੀ ਜਿਹੜੇ ਉਹਦੇ ਅਲੱਗ-ਅਲੱਗ ਪੋਰਸ਼ਨ ਨੇ ਉਹ ਕਿੱਥੇ ਹੋਣੇ ਚਾਹੀਦੇ ਆ, ਕਿਹੜੇ ਪਾਸੇ ਆਪਾਂ ਲੈਂਡਸਕੇਪਿੰਗ ਆ ਜਿਹੜੀ ਉਹ ਉੱਚੀ ਕਰਨੀ ਆ, ਕਿਹੜੇ ਪਾਸੇ ਆਪਾਂ ਨੇ ਕੀ ਕਰਨਾ। ਫਿਰ ਆਪਾਂ ਜਦੋਂ ਨਵੀਂ ਕੋਈ ਵੀ ਪ੍ਰੋਪਰਟੀ ਲੈਂਦੇ ਆ ਉਹਦੀ ਜੇ ਪਲੈਨਿੰਗ ਵੇਲੇ ਹੀ ਆਪਾਂ ਖਿਆਲ ਰੱਖ ਲਈਏ, ਉਹਦੀ ਜਿਹੜੀ ਪ੍ਰੋਪਰ ਪਲਾਨ ਬਣਾਉਣ ਵੇਲੇ ਆਪਾਂ ਦੇਖੀਏ, ਉਸ ਵੇਲੇ ਆਪਾਂ ਵਾਸਤੂ ਜਾਂ ਫੇਂਗ ਸ਼ੂਈ ਦੇ ਜਿਹੜੇ ਰੂਲਸ ਨੇ ਉਹਨਾਂ ਨੂੰ ਫੋਲੋ ਕਰ ਲਈਏ, ਉਹਦੇ ਨਾਲ ਜਿਹੜਾ ਉੱਥੇ ਰਹਿਣ ਵਾਲਿਆਂ ਦਾ ਜਿਹੜਾ ਜੀਵਨ ਹੈ ਉਹ ਸੁਖਾਵਾਂ ਹੋ ਸਕਦਾ ਹੈ। ਕਈ ਵਾਰ ਇਹ ਹੈ ਕਿ ਚਾਹੇ ਆਪਾਂ ਇੰਡੀਆ ਦੇ ਲੈ ਲਈਏ ਜਾਂ ਹੁਣ ਅੱਜ ਕੱਲ੍ਹ ਆਪਾਂ ਕੈਨੇਡਾ 'ਚ ਰਹਿ ਰਹੇ ਹਾਂ, ਆਪਾਂ ਘਰਾਂ 'ਤੇ ਤਾਂ ਮਿਲੀਅਨਸ ਖਰਚ ਦਿੰਦੇ ਹਾਂ, ਪਰ ਪਲੈਨਿੰਗ ਵੇਲੇ ਆਪਾਂ ਖਿਆਲ ਨਹੀਂ ਰੱਖਦੇ ਹੈਗੇ ਪ੍ਰੋਪਰ ਪਲੈਨਿੰਗ ਦੀ। ਅਤੇ ਫਿਰ ਉਹ ਜਿਹੜੇ ਪੈਸੇ ਲਾਏ ਹੁੰਦੇ ਆ, ਕਈ ਵਾਰ ਉਹ ਜਿੰਨੇ ਪੈਸੇ ਲੱਗੇ ਹੁੰਦੇ ਆ ਘਰਾਂ 'ਤੇ ਓਨਾ ਸੁੱਖ ਸਾਨੂੰ ਨਹੀਂ ਮਿਲਦਾ। ਫਿਰ ਬਾਅਦ 'ਚੋਂ ਕਈ ਵਾਰ ਚੀਜ਼ਾਂ ਜਿਹੜੀਆਂ ਤੋੜ ਭੰਨ ਕਰਾਉਣ ਵਾਲੇ ਵੀ ਹੁੰਦੇ ਆ, ਜਿਵੇਂ ਕਈ ਕਹਿ ਦਿੰਦੇ ਆ ਵੀ ਇਹ ਇੱਧਰ ਨਹੀਂ ਚਾਹੀਦਾ ਇੱਧਰ ਚਾਹੀਦਾ। ਸੋ ਉਹ ਤੋੜ ਭੰਨ ਕਰਨੀ ਪੋਸੀਬਲ ਨਹੀਂ ਹੁੰਦੀ ਕਈ ਵਾਰ।
ਉਸ ਵੇਲੇ ਫਿਰ ਆਪਾਂ ਨੂੰ ਜੇ ਪ੍ਰੋਪਰ ਪਲੈਨਿੰਗ ਵੇਲੇ ਹੀ ਆਪਾਂ ਦੇਖ ਲਈਏ ਤਾਂ ਬਾਅਦ ਚੋਂ ਪ੍ਰੋਬਲਮਸ ਘੱਟ ਆਉਂਦੀਆਂ। ਪਰ ਫਿਰ ਵੀ ਜੇਕਰ ਹੁਣ ਆਪਣਾ ਘਰ ਜਿਹੜਾ ਬਣਾ ਲਿਆ ਤੇ ਸਾਨੂੰ ਪਤਾ ਲੱਗ ਗਿਆ ਕਿ ਇਹਦੇ ਵਿੱਚ ਵਾਸਤੂ ਦੋਸ਼ ਹੈਗੇ ਨੇ, ਤਾਂ ਉਹਨਾਂ ਨੂੰ ਦੂਰ ਕਰਨ ਦੇ ਕਿਹੜੇ-ਕਿਹੜੇ ਜਿਹੜੇ ਤਰੀਕੇ ਆ ਜਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਆਪਾਂ ਯੂਜ਼ ਕਰ ਸਕਦੇ ਹਾਂ, ਉਹਦੇ ਬਾਰੇ ਵੀ ਆਪਾਂ ਅੱਜ ਦੇ ਐਪੀਸੋਡ 'ਚ ਚਰਚਾ ਕਰ ਰਹੇ ਹਾਂ। ਤੇ ਨਾਲ ਹੀ ਇਹ ਹੈ ਕਿ ਨੰਬਰ ਜਿਹੜੇ ਨੇ ਘਰ ਦੇ ਉਹ ਵੀ ਬਹੁਤ ਮਾਇਨੇ ਰੱਖਦੇ ਆ। ਇਹਦੇ ਵਿੱਚ ਜਿਹੜਾ ਘਰ ਦਾ ਜਾਂ ਜਿਹੜਾ ਤੁਹਾਡੀ ਯੂਨਿਟ ਦਾ ਨੰਬਰ ਹੈ ਉਹ ਆਪਾਂ ਨੇ ਦੇਖਣਾ, ਜਿਹੜਾ ਸਟਰੀਟ ਨੰਬਰ ਆ ਉਹ ਨਹੀਂ ਦੇਖਿਆ ਜਾਂਦਾ। ਵੈਸੇ ਤਾਂ ਜਦੋਂ ਡਿਟੇਲ 'ਚ ਦੇਖਦੇ ਆ, ਈਵਨ ਜਿਹੜੇ ਸ਼ਹਿਰ 'ਚ ਤੁਸੀਂ ਘਰ ਬਣਾ ਰਹੇ ਹੋ ਜਾਂ ਕਿਹੜੀ ਦਿਸ਼ਾ 'ਚ ਬਣਾ ਰਹੇ ਹੋ, ਉਸ ਦੇ ਵੀ ਜਿਹੜੇ ਨੰਬਰ ਨੇ ਜਾਂ ਉਹ ਦਿਸ਼ਾ ਵੀ ਦੇਖੀ ਜਾਂਦੀ ਆ, ਉਹ ਬਹੁਤ ਡਿਟੇਲ 'ਚ ਹੋ ਜਾਂਦਾ। ਪਰ ਮੇਨਲੀ ਜਦੋਂ ਤੁਸੀਂ ਘਰ ਦਾ ਨੰਬਰ ਪਹਿਲਾਂ ਉਹੀ ਦੇਖ ਲਓ ਤਾਂ ਉਹਦਾ ਜਿਹੜਾ ਜੋੜ ਹੈ ਉਹ 4 ਜਾਂ 7 ਨਾ ਹੋਵੇ, ਇਹਦਾ ਥੋੜ੍ਹਾ ਜਿਹਾ ਖਿਆਲ ਰੱਖਣਾ ਚਾਹੀਦਾ, ਗੁਰੇਜ਼ ਕਰਨਾ ਚਾਹੀਦਾ। ਜਿਹੜੇ ਘਰਾਂ ਦਾ ਜਿਹੜਾ ਨੰਬਰ 4 ਹੁੰਦਾ, ਇੱਕ ਤਾਂ ਉੱਥੇ ਸਥਿਰਤਾ ਘੱਟ ਹੁੰਦੀ ਹੈ, ਔਰ ਰਾਹੂ ਸੰਬੰਧੀ ਜਿਹੜੇ ਰੋਗ ਨੇ ਜਿਵੇਂ ਭੁੱਲਣ ਦਾ ਰੋਗ ਜਾਂ ਜਿਵੇਂ ਕਹਿ ਦਿਓ ਬ੍ਰੇਨ ਸੰਬੰਧੀ ਰੋਗ, ਫੋਕਸ ਨਾ ਹੋਣਾ, ਡਿਮੈਂਸ਼ੀਆ ਦਾ ਰੋਗ, ਅਜਿਹੇ ਜਿਹੜੇ ਰੋਗ ਨੇ ਜਾਂ ਬਾਰ-ਬਾਰ ਦੁਰਘਟਨਾਵਾਂ ਦਾ ਯੋਗ, ਇਹ ਬਣਦੇ ਨੇ। ਇਸ ਤੋਂ ਇਲਾਵਾ ਜੇਕਰ ਘਰ ਦਾ ਨੰਬਰ 7 ਹੈਗਾ, ਉੱਥੇ ਜ਼ਿਆਦਾ ਸਰਜਰੀਆਂ ਦੇ ਯੋਗ ਬਣਦੇ ਆ। ਇਹ ਨਿੱਕੀਆਂ ਗੱਲਾਂ ਆਪਾਂ ਪਹਿਲਾਂ ਵੀ ਖਿਆਲ ਕਰ ਸਕਦੇ ਹਾਂ, ਘਰ ਲੈਣ ਤੋਂ ਬਾਅਦ ਵੀ, ਕਿਉਂਕਿ ਕਈ ਵਾਰ ਸਿਟੀ ਦੇ ਵਿੱਚ ਆਪਾਂ ਕੁਛ ਫੀਸ ਭਰ ਕੇ ਘਰ ਦਾ ਨੰਬਰ ਜਿਹੜਾ ਉਹ ਚੇਂਜ ਕਰ ਸਕਦੇ ਹੁੰਦੇ ਆ। ਸੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਘਰ ਦਾ ਨੰਬਰ ਚੇਂਜ ਕਰਨਾ ਨਹੀਂ ਠੀਕ ਹੈਗਾ, ਤਾਂ ਦੇਖ ਲਓ ਕਿ ਉਹ ਘਰ ਦੇ ਵਿੱਚ ਤੁਹਾਨੂੰ ਇਹ ਸਮੱਸਿਆਵਾਂ ਆ ਰਹੀਆਂ ਨੇ, ਤਾਂ ਤੁਸੀਂ ਘਰ ਦਾ ਨੰਬਰ ਚੇਂਜ ਕਰ ਸਕਦੇ ਹੋ ਘਰ ਲੈਣ ਤੋਂ ਬਾਅਦ। ਜੇ ਆਪ ਬਣਾ ਰਹੇ ਹੋ ਤਾਂ ਪਹਿਲਾਂ ਵੀ ਚੇਂਜ ਕਰ ਸਕਦੇ ਹੋ, ਜਾਂ ਘਰ ਬਣਾਉਣ ਤੋਂ ਬਾਅਦ ਵੀ ਜਾਂ ਖਰੀਦਣ ਤੋਂ ਬਾਅਦ ਵੀ ਕਰ ਸਕਦੇ ਹੋ। ਨੈਕਸਟ ਪੁਆਇੰਟ ਜਿਹੜਾ ਹੈ ਉਹ ਹੈ ਆਪਣੇ ਲਾਈਟ ਦਾ, ਪ੍ਰਕਾਸ਼। ਯੂਨੀਵਰਸ ਦੇ ਵਿੱਚ ਜਿਹੜਾ ਮੇਨ ਸੋਰਸ ਹੈਗਾ ਲਾਈਟ ਦਾ ਉਹ ਹੈਗਾ ਸੂਰਜ। ਸਾਡਾ ਜਿਹੜਾ ਸੋਲਰ ਸਿਸਟਮ ਹੈ, ਜਿਹਦੇ ਵਿੱਚ ਸਾਡੇ ਆਪਣੇ ਜਿਹੜੇ 9 ਪਲੈਨਟਸ ਆ ਜਾਂਦੇ ਆ, ਪਲੱਸ ਜਿਹੜਾ ਸੂਰਜ ਆ ਜਾਂਦਾ। ਸੂਰਜ ਨੂੰ ਭਾਵੇਂ ਵਿਗਿਆਨਿਕ ਤੌਰ 'ਤੇ ਇੱਕ ਸਟਾਰ ਹੀ ਤਾਰਾ ਮੰਨਿਆ ਗਿਆ ਹੈ, ਪਰ ਇਹ ਕਿਉਂਕਿ ਊਰਜਾ ਦਾ ਸਰੋਤ ਹੋਣ ਕਰਕੇ ਜਿੰਨਾ ਪ੍ਰਕਾਸ਼ ਲਾਈਟ ਇਹ ਆਪਾਂ ਨੂੰ ਦਿੰਦਾ, ਉਹ ਸਾਡੇ ਲਈ ਵੀ ਓਨੀ ਜ਼ਰੂਰੀ ਹੈ, ਪੇੜ ਪੌਦਿਆਂ ਲਈ ਵੀ ਓਨੀ ਜ਼ਰੂਰੀ ਹੈ। ਕਿਉਂਕਿ ਅਸੀਂ ਐਨਰਜੀ ਕਿੱਥੋਂ ਲੈਂਦੇ ਹਾਂ? ਫੂਡ ਤੋਂ। ਅਤੇ ਫੂਡ ਕਿੱਥੋਂ ਮਿਲਦਾ? ਪਲਾਂਟਸ ਤੋਂ, ਡਾਇਰੈਕਟਲੀ ਜਾਂ ਇਨਡਾਇਰੈਕਟਲੀ। ਕਿਉਂਕਿ ਸਾਡਾ ਫੂਡ ਜਿਹੜਾ ਜਾਨਵਰਾਂ ਤੋਂ ਜਾਂ ਪਲਾਂਟਸ ਤੋਂ ਆਉਂਦਾ। ਜਿਹੜੇ ਵੈਜੀਟੇਰੀਅਨ ਨੇ ਉਹ ਪਲਾਂਟਸ 'ਤੇ ਡਿਪੈਂਡ ਕਰਦੇ ਆ। ਜਿਹੜੇ ਨਹੀਂ ਮਤਲਬ ਵੈਜੀਟੇਰੀਅਨ ਜਾਂ ਆਪਾਂ ਕਹਿ ਲਓ ਜਿਹੜੇ ਮਾਸਾਹਾਰੀ ਵੀ ਹੈਗੇ ਆ ਜਾਂ ਮਾਸ ਵੀ ਖਾਂਦੇ ਨੇ, ਮੀਟ ਖਾਂਦੇ ਨੇ, ਉਹ ਜਿਹੜੇ ਐਨੀਮਲਸ ਨੂੰ ਖਾਂਦੇ ਆ, ਤਾਂ ਉਹਨਾਂ ਦਾ ਫੂਡ ਡਾਇਰੈਕਟਲੀ ਔਰ ਇਨਡਾਇਰੈਕਟਲੀ ਜਿਹੜਾ ਪਲਾਂਟਸ 'ਤੇ ਨਿਰਭਰ ਹੈ। ਅਤੇ ਪਲਾਂਟਸ ਦੇ ਵਿੱਚ ਜਿਹੜੀ ਐਨਰਜੀ ਜਿਹੜੀ ਆ ਉਹ ਸਾਰੀ ਆਉਂਦੀ ਆ ਸੂਰਜ ਤੋਂ। ਅਤੇ ਸਾਨੂੰ ਵੀ ਸਾਡੀ ਸਿਹਤ ਲਈ ਵੀ ਲਾਈਟ ਬਹੁਤ ਜ਼ਿਆਦਾ ਜ਼ਰੂਰੀ ਆ। ਜਿੱਥੋਂ ਤੱਕ ਲਾਈਟ ਹੈਗੀ ਹੈ ਸਾਡੇ ਮੂਡ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਹੈ। ਜਿੱਥੇ ਲਾਈਟ ਘੱਟ ਹੋਵੇ ਉੱਥੇ ਇੱਕ ਤਰ੍ਹਾਂ ਨਾਲ ਆਪਾਂ ਕਹਿ ਦਿੰਦੇ ਹਾਂ ਵੀ ਬੈਡ ਲੱਕ ਹੈ, ਸੌਰਵਸ ਹੈਗੀਆਂ, ਉਦਾਸੀ ਛਾਈ ਰਹਿੰਦੀ ਆ। ਜਦੋਂ ਕਦੇ ਮੌਸਮ ਵੀ ਨਾ ਠੀਕ ਹੋਵੇ, ਜ਼ਿਆਦਾ ਬੱਦਲਵਾਈ ਹੋਈ ਰਵੇ ਕਈ ਦਿਨ ਤੱਕ, ਉਦੋਂ ਤੱਕ ਤੁਸੀਂ ਦੇਖੋ ਸੈਡਨੈਸ ਜਿਹੀ ਰਹਿੰਦੀ ਆ, ਬੰਦੇ ਨੂੰ ਡਿਪਰੈਸ ਜਿਹਾ ਰਹਿੰਦਾ। ਅਤੇ ਇਸੇ ਤਰ੍ਹਾਂ ਘਰ ਦੇ ਵਿੱਚ ਜਦੋਂ ਜ਼ਿਆਦਾ ਲਾਈਟ ਆਉਂਦੀ ਹੈ, ਪ੍ਰੋਪਰ ਲਾਈਟ ਆਉਂਦੀ ਆ, ਤਾਂ ਉਹਦੇ ਨਾਲ ਜਿਹੜੀ ਇੱਕ ਜਿਵੇਂ ਕਹਿ ਦਿਓ ਵੀ ਗੁੱਡ ਲੱਕ ਵੀ ਆਉਂਦੀ ਹੈ ਅਤੇ ਮਨ ਦੇ ਵਿੱਚ ਇੱਕ ਖੁਸ਼ੀਆਂ ਵੀ ਆਉਂਦੀਆਂ ਨੇ। ਅਤੇ ਖੁਸ਼ੀ ਦੇ ਨਾਲ ਬੰਦਾ ਜ਼ਿਆਦਾ ਕੰਮ ਕਰਦਾ ਅਤੇ ਉਹਦੇ ਨਾਲ ਪ੍ਰੋਸਪੈਰਿਟੀ ਜਾਂ ਕਹੀਏ ਸੁੱਖ ਸਮਰਿੱਧੀ ਵੀ ਆਉਂਦੀ ਆ। ਜਿੱਥੋਂ ਤੱਕ ਘਰ ਦੇ ਵਿੱਚ ਲਾਈਟ ਜ਼ਿਆਦਾ ਪ੍ਰਾਪਤ ਕਰਨ ਦਾ ਹੈ ਉਹ ਹੈ ਈਸਟ ਸਾਈਡ, ਈਸਟ ਅਤੇ ਨਾਰਥ। ਪਹਿਲੇ ਨੰਬਰ 'ਤੇ ਈਸਟ, ਦੂਜੇ 'ਤੇ ਨਾਰਥ। ਇਸੇ ਕਰਕੇ ਘਰ ਦੀਆਂ ਜਿਹੜੀਆਂ ਖਿੜਕੀਆਂ ਨੇ ਅਤੇ ਦਰਵਾਜ਼ੇ ਨੇ ਉਹ ਆਪਾਂ ਨੂੰ ਜ਼ਿਆਦਾ ਈਸਟ ਅਤੇ ਨਾਰਥ ਵੱਲ ਰੱਖਣੇ ਚਾਹੀਦੇ ਆ, ਤਾਂ ਕਿ ਜ਼ਿਆਦਾ ਜਿਹੜੀ ਲਾਈਟ ਆ ਉਹ ਘਰ ਦੇ ਵਿੱਚ ਆਵੇ, ਜਿਹਦੇ ਨਾਲ ਜਿਹੜੇ ਜਰਮਸ ਨੇ ਉਹ ਵੀ ਕਿਲ ਹੁੰਦੇ ਆ। ਕਿਉਂਕਿ ਸੂਰਜ ਦੀ ਰੋਸ਼ਨੀ ਜਿਹੜੀ ਹੈ ਉਹਦੇ ਵਿੱਚ ਹੈਗੀ ਆ ਇੱਦਾਂ ਦੀ ਐਨਰਜੀ ਕਿ ਉਹ ਜਰਮਸ ਨੂੰ ਕਿਲ ਕਰਦੀ ਹੈ, ਅਤੇ ਪਲੱਸ ਤੁਹਾਡੇ ਮੂਡ ਨੂੰ ਅੱਛਾ ਕਰਦੀ ਹੈ। ਅਤੇ ਜਿਹੜੀ ਸੂਰਜ ਦੀ ਰੋਸ਼ਨੀ ਹੈਗੀ
ਜਾਂ ਧੁੱਪ ਕਹਿ ਲਓ, ਉਹ ਸਾਡੇ ਸਰੀਰ ਦੇ ਵਿੱਚ ਵਿਟਾਮਿਨ ਡੀ ਦੀ ਕਮੀ ਨੂੰ ਪੂਰਾ ਕਰਦੀ ਆ, ਜਿਹਦੇ ਨਾਲ ਜਿਹੜੀਆਂ ਹੱਡੀਆਂ ਨੇ ਉਹ ਮਜ਼ਬੂਤ ਹੁੰਦੀਆਂ। ਸੋ ਇਹ ਨਹੀਂ ਹੈ ਕਿ ਵਾਸਤੂ ਉੱਦਾਂ ਹੀ ਆਪਣੇ ਇੱਕ ਕਲਪਨਾ ਹੈਗੀ ਆ, ਇਹ ਪੂਰਾ ਸਾਇੰਟੀਫਿਕ ਹੈਗਾ। ਸੋ ਲਾਈਟ ਜਿਹੜੀ ਆ ਉਹ ਵੀ ਆਪਾਂ ਉਹਦਾ ਖਿਆਲ ਰੱਖਣਾ ਤਾਂ ਕਿ ਸਾਡੀ ਸਿਹਤ ਹੈ, ਸਾਡੀਆਂ ਹੱਡੀਆਂ ਮਜ਼ਬੂਤ ਰਹਿਣ, ਸਾਡਾ ਮਨ ਖੁਸ਼ ਰਹੇ ਤੇ ਸਾਡੇ 'ਚ ਜਿਹੜੀ ਐਨਰਜੀ ਜ਼ਿਆਦਾ ਆਵੇ। ਸੋ ਇਹਦੇ ਨਾਲ ਹੀ ਆਪਾਂ ਲੈਂਦੇ ਇੱਕ ਛੋਟਾ ਜਿਹਾ ਬ੍ਰੇਕ ਤੇ ਆਪਾਂ ਗੱਲਬਾਤ ਜਾਰੀ ਕਰਾਂਗੇ ਇਸ ਤੋਂ ਬਾਅਦ, ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਸੀ ਲਾਈਟ ਬਾਰੇ, ਪ੍ਰਕਾਸ਼ ਬਾਰੇ, ਯਾਨੀ ਨੈਚੁਰਲ ਲਾਈਟ। ਜਦੋਂ ਆਪਾਂ ਘਰ ਬਣਾ ਰਹੇ ਹਾਂ ਤਾਂ ਉਸ ਵੇਲੇ ਜਿਹੜੀ ਲਾਈਟ ਹੈ ਉਹ ਆਪਾਂ ਕਿੱਧਰਲੇ ਪਾਸੇ ਖਿੜਕੀਆਂ ਜਿਹੜੀਆਂ ਨੇ ਉਹ ਰੱਖਣੀਆਂ ਨੇ। ਪਰੰਤੂ ਕਈ ਵਾਰ ਘਰ ਜਿਹੜਾ ਬਣਿਆ ਬਣਾਇਆ ਹੁੰਦਾ ਤੇ ਉੱਥੇ ਜਿਹੜੀ ਲਾਈਟ ਦੀ ਵਿਵਸਥਾ ਜਿਹੜੀ ਉਹ ਪ੍ਰੋਪਰ ਨਹੀਂ ਹੁੰਦੀ, ਜਾਂ ਕੋਈ ਵੀ ਜਿਹੜਾ ਤੱਤ ਵਾਧ ਘਾਟ ਦੇ ਵਿੱਚ ਹੁੰਦਾ, ਯਾਨੀ ਕੋਈ ਤੱਤ ਘੱਟ ਹੈਗਾ ਜਾਂ ਵੱਧ ਹੈਗਾ। ਜਿਵੇਂ ਆਪਾਂ ਹੁਣੇ ਗੱਲ ਕਰਕੇ ਹਟੇ ਹਾਂ ਬ੍ਰੇਕ ਤੋਂ ਪਹਿਲਾਂ ਕਿ ਜੇ ਨਾਰਥ ਈਸਟ ਦੇ ਵਿੱਚ ਕਿਚਨ ਹੈ ਤਾਂ ਉਸ ਵੇਲੇ ਆਪਾਂ ਨੇ ਇਹ ਦੇਖਣਾ ਕਿ ਜਿਹੜੇ ਤੱਤ ਦੀ ਵਾਧ ਘਾਟ ਹੈਗੀ ਆ ਉਸ ਨੂੰ ਆਪਾਂ ਕਿਵੇਂ ਸ਼ਿਫਟ ਕਰਨਾ ਐਨਰਜੀ ਨੂੰ। ਇਹ ਪੋਸੀਬਲ ਹੈਗਾ ਬਿਨਾਂ ਕਿਸੇ ਤੋੜ ਭੰਨ ਦੇ। ਇਸ ਨੂੰ ਵੀ ਅਸੀਂ ਲਾਈਟ ਰਾਹੀਂ ਹੀ ਦਰੁਸਤ ਕਰ ਸਕਦੇ ਹਾਂ। ਜਿਵੇਂ ਕਿ ਇੱਕ ਐਗਜ਼ਾਮਪਲ ਦਿੰਦੀ ਹਾਂ, ਜੇਕਰ ਨਾਰਥ ਈਸਟ ਦੇ ਵਿੱਚ ਕਿਚਨ ਹੈ ਜਿਸ ਨੂੰ ਕਿ ਆਪਾਂ ਢਾਹ ਕੇ ਦੁਬਾਰਾ ਹੋਰ ਪਾਸੇ ਨਹੀਂ ਲੈ ਕੇ ਜਾ ਸਕਦੇ, ਤਾਂ ਜਿਹੜਾ ਸਾਊਥ ਈਸਟ ਕਾਰਨਰ ਜਿਹੜਾ ਕਿ ਵੈਸਟ ਮੰਨਿਆ ਗਿਆ ਕਿਚਨ ਦੇ ਲਈ, ਕਿਉਂਕਿ ਉਹ ਸ਼ੁੱਕਰ ਦਾ ਸਥਾਨ ਹੈ, ਉੱਥੇ ਮੰਗਲ ਦਾ ਪ੍ਰਭਾਵ ਹੈ, ਤਾਂ ਆਪਾਂ ਉੱਥੇ ਲਾਲ ਰੰਗ ਦਾ ਜਿਹੜਾ ਬਲਬ ਹੈ ਉਸ ਨੂੰ ਆਪਾਂ ਲਗਾਤਾਰ ਯਾਨੀ ਕੰਟੀਨਿਊਸਲੀ ਜਲਾ ਕੇ ਰੱਖੀਏ ਤਾਂ ਉਸ ਦੇ ਨਾਲ ਉੱਥੇ ਜਿਹੜੀ ਐਨਰਜੀ ਆ ਉਹ ਇੱਕ ਤਰ੍ਹਾਂ ਨਾਲ ਸ਼ਿਫਟ ਹੋ ਜਾਂਦੀ ਆ ਲਾਈਟ ਦੀ ਮਦਦ ਨਾਲ ਹੀ। ਜਸਟ ਜਿਵੇਂ ਆਪਾਂ ਲਾਈਟ ਦੀ ਥੋੜ੍ਹੀ ਜਿਹੀ ਹੈਲਪ ਲਿੱਤੀ। ਕਈ ਵਾਰ ਕੀ ਹੈ, ਨਾਰਥ ਈਸਟ ਕਾਰਨਰ ਜਾਂ ਈਸਟ ਸਾਈਡ 'ਤੇ ਤੁਹਾਡੇ ਖਿੜਕੀਆਂ ਘੱਟ ਨੇ, ਉੱਥੇ ਤੁਸੀਂ ਮਿਰਰ ਲਗਾ ਸਕਦੇ ਹੋ। ਮਿਰਰ ਨੂੰ ਵੀ ਆਪਾਂ ਯੂਜ਼ ਕਰ ਸਕਦੇ ਹਾਂ, ਕਿਉਂਕਿ ਜਦੋਂ ਉਹਦੇ 'ਤੇ ਲਾਈਟ ਜਿਹੜੀ ਆ ਉਹ ਪੈਂਦੀ ਆ ਅਤੇ ਉਹ ਰਿਫਲੈਕਟ ਹੁੰਦੀ ਆ, ਉਸ ਦੇ ਨਾਲ ਜਿਹੜੇ ਉਹ ਇੱਕ ਤਰ੍ਹਾਂ ਨਾਲ ਖਿੜਕੀ ਦਾ ਕੰਮ ਕਰਦਾ, ਆਰਟੀਫਿਸ਼ਲ ਕਹਿ ਲਓ ਦਾ, ਜਾਂ ਤੁਸੀਂ ਵੀ ਉਹ ਇੱਕ ਖਿੜਕੀ ਖੁੱਲ੍ਹ ਜਾਂਦੀ ਆ ਉੱਥੇ ਲਾਈਟ ਦੀ। ਸੋ ਇਹ ਕੁਛ ਪੁਆਇੰਟ ਹੈ। ਇੱਦਾਂ ਹੀ ਜੇ ਨਾਰਥ ਈਸਟ ਕਾਰਨਰ 'ਤੇ ਲਾਈਟ ਨਹੀਂ ਕੁਛ ਇੱਦਾਂ ਦਾ ਕੀਤਾ ਜਾ ਸਕਦਾ ਤਾਂ ਯੈਲੋ ਲਾਈਟ ਜਾਂ ਯੈਲੋ ਬਲਬ ਜਿਹੜਾ ਆ ਉਹ ਲਗਾਇਆ ਜਾ ਸਕਦਾ ਲਾਈਟ ਨੂੰ ਪੂਰਾ ਕਰਨ ਲਈ। ਪਰ ਜਦੋਂ ਵੀ ਅਸੀਂ ਮਿਰਰ ਯੂਜ਼ ਕਰਦੇ ਹਾਂ ਉਸ ਨੂੰ ਬੜੇ ਠੀਕ ਢੰਗ ਨਾਲ ਕਰਨਾ ਚਾਹੀਦਾ, ਕਿਉਂਕਿ ਬੈਡਰੂਮ ਦੇ ਵਿੱਚ ਜਦੋਂ ਮਿਰਰ ਆਪਣੇ ਲੱਗਿਆ ਹੁੰਦਾ ਤਾਂ ਉੱਥੇ ਪਹਿਲੀ ਗੱਲ ਤਾਂ ਮਿਰਰ ਬੈਡਰੂਮ ਦੇ ਵਿੱਚ ਨਹੀਂ ਹੋਣਾ ਚਾਹੀਦਾ। ਪਰ ਜਿਵੇਂ ਡਰੈਸਰਸ ਦਾ ਰਿਵਾਜ ਹੁੰਦਾ ਵੀ ਹਾਂ ਡਰੈਸਰ ਉੱਥੇ ਪਏ ਆ, ਬਹੁਤਾ ਸਮਾਂ ਉਹਨੂੰ ਢੱਕ ਕੇ ਰੱਖੋ ਉਸ ਸ਼ੀਸ਼ੇ ਨੂੰ। ਬਾਕੀ ਜਿਹੜੇ ਰੂਮ ਹੈ ਉੱਥੇ ਵੀ ਜੇਕਰ ਤੁਸੀਂ ਮਿਰਰ ਲਗਾਉਣੇ ਆ ਉਹ ਈਸਟ ਜਾਂ ਨਾਰਥ ਵਾਲ 'ਤੇ ਹੋਣ, ਕਦੇ ਵੀ ਸਾਊਥ ਦੇ ਵਿੱਚ ਮਿਰਰ ਨਹੀਂ ਲਗਾਈਦੇ। ਔਰ ਬੈਡਰੂਮ ਦੇ ਵਿੱਚ ਵੀ ਮਿਰਰ ਦੇ ਵਿੱਚ ਜਿੰਨਾ ਤੁਹਾਡਾ ਜਿਹੜਾ ਸਰੀਰ ਦਾ ਹਿੱਸਾ ਜਿਹੜਾ ਉਹ ਦਿਖਾਈ ਦਿੰਦਾ, ਉਹਦੇ 'ਤੇ ਜਿਹੜੀ ਲਾਈਟ ਰਿਫਲੈਕਟ ਹੋ ਕੇ ਪੈਂਦੀ ਆ ਉਹਦੇ ਨਾਲ ਉਸ ਹਿੱਸੇ ਦੇ ਵਿੱਚ ਦਰਦ ਰਹਿਣਾ ਸ਼ੁਰੂ ਹੋ ਜਾਂਦਾ। ਕਈ ਵਾਰ ਕੀ ਆ, ਆਫਿਸਿਸ ਦੇ ਵਿੱਚ ਵੀ ਜਿਹੜੇ ਸ਼ੀਸ਼ੇ ਆ ਉਹ ਲਗਾ ਲਏ ਜਾਂਦੇ ਆ, ਪਰ ਉਹ ਸ਼ੀਸ਼ਾ ਲਗਾਉਣ ਨਾਲ ਵੀ ਕਈ ਵਾਰ ਜਿਹੜੀ ਮਾਈਗ੍ਰੇਨ ਦੀ ਪ੍ਰੋਬਲਮ ਹੈ ਜਿਹੜੀ ਉਹ ਆਉਣੀ ਸ਼ੁਰੂ ਹੋ ਜਾਂਦੀ ਹੈ। ਸੋ ਇਸ ਦਾ ਧਿਆਨ ਵੀ ਆਪਾਂ ਜੇ ਹੁਣ ਮਿਰਰ ਯੂਜ਼ ਕਰ ਰਹੇ ਹਾਂ ਤਾਂ ਉਸ ਨੂੰ ਪ੍ਰੋਪਰ ਵੇ ਨਾਲ ਯੂਜ਼ ਕਰੋ। ਕਈ ਵਾਰ ਜਿਹੜੇ ਮਿਰਰ ਆਪਾਂ ਯੂਜ਼ ਕਰਦੇ ਹਾਂ ਕੋਈ ਕੋਣਾ ਕੱਟਿਆ ਹੋਵੇ ਘਰ ਦਾ, ਕਿਉਂਕਿ ਜਦੋਂ ਕਿਸੇ ਵੀ ਸਥਾਨ ਦਾ ਕੋਈ ਕੋਣਾ ਕੱਟਿਆ ਹੋਇਆ, ਭਾਵੇਂ ਉਹ ਈਸਟ ਸਾਈਡ ਹੈ, ਵੈਸਟ ਹੈ, ਨਾਰਥ ਹੈ, ਸਾਊਥ ਹੈ, ਜਾਂ ਵਿਚਾਲਿਓਂ ਕਿਤੇ ਕੋਈ ਹੈਗਾ ਉਹ ਇਰੈਗੂਲਰ ਹੈਗੀ ਆ ਲੋਟ, ਤਾਂ ਉਸ ਨੂੰ ਆਪਾਂ ਲਾਈਟ ਰਾਹੀਂ ਅਤੇ ਮਿਰਰ ਰਾਹੀਂ ਠੀਕ ਕਰ ਸਕਦੇ ਹੁੰਦੇ ਹਾਂ। ਜ਼ਰੂਰੀ ਨਹੀਂ ਵੀ ਹਰ ਵਾਰੀ ਕੰਧਾਂ ਹੀ ਤੋੜਨੀਆਂ ਨੇ, ਉਹ ਛੋਟੇ ਛੋਟੇ ਉਪਾਅ ਵੀ ਜਿਹੜੇ ਵਰਕ ਕਰਦੇ ਨੇ। ਇਹ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ ਵਾਸਤੂ ਦੇ ਵਿੱਚ, ਵਾਸਤੂ ਕਰਕੇ ਭਾਵੇਂ ਉਹ ਹੈਲਥ ਦੇ ਇਸ਼ੂ ਹੋਣ ਜਾਂ ਧਨ ਪ੍ਰਾਪਤੀ ਦਾ ਯੋਗ ਹੋਵੇ ਜਾਂ ਸੇਵਿੰਗ ਦਾ ਯੋਗ ਹੋਵੇ, ਉਹ ਆਪਾਂ ਨਿੱਕੇ ਨਿੱਕੇ ਉਪਾਅ ਕਰਕੇ ਵੀ ਉਹਨਾਂ ਨੂੰ ਦਰੁਸਤ ਕਰ ਸਕਦੇ ਹਾਂ। ਫੇਂਗ ਸ਼ੂਈ ਦੇ ਵਿੱਚ ਦੋ ਤਰ੍ਹਾਂ ਦੇ ਜਿਹੜੇ ਮਿਰਰ ਆ ਯੂਜ਼ ਕੀਤੇ ਜਾਂਦੇ ਆ, ਉਹਨਾਂ ਨੂੰ ਪਾਕੂਆ ਅਤੇ ਬਾਗੂਆ ਮਿਰਰ ਕਹਿੰਦੇ ਆ। ਦੂਸਰੀ ਗੱਲ, ਜੇਕਰ ਆਪਾਂ ਨੂੰ ਲੱਗਦਾ ਆ ਕਿ ਕਿਤੇ ਲਾਈਟ ਦੀ ਘਾਟ ਵਾਧ ਹੈਗੀ, ਉੱਥੇ ਵੀ ਅਸੀਂ ਮਿਰਰ ਯੂਜ਼ ਕਰ ਰਹੇ ਹਾਂ,
पर नाल ही रोंग साइड ते मिरर जिहड़े आ वो यूज़ नहीं करने चाहिए। नैक्सट आपां गल करांगे प्लांट्स बारे, पौदिਆਂ बारे। जिन्नी भी आपां नूं ऑक्सीजन मिलदी आ जिहड़ी कि साह लैण लई बहुत जरूरी आ, ਉਹ ਆਪਾਂ ਨੂੰ पेड़ पौदिਆਂ ਤੋਂ मिलदी आ। घर ਦੇ ਆਲੇ ਦੁਆਲੇ ਜਿਹੜਾ ਵਾਤਾਵਰਨ ਹੈ ਤਾਂ ਕਿ ਪ੍ਰੋਪਰ ਆਕਸੀਜਨ ਮਿਲਦੀ ਰਹੇ, ਸਾਡੀ ਬਾਡੀ ਦੇ ਵਿੱਚ ਜਿਹੜੀ એનર્ਜੀ ਆ ਉਹ ਭੋਜਨ ਰਾਹੀਂ ਜਾਂਦੀ ਹੈ ਤੇ ਉਹ ਭੋਜਨ ਤੋਂ એનર્ਜੀ ਦੇ ਵਿੱਚ ਕਨਵਰਟ ਹੋਣ ਲਈ ਆਕਸੀਜਨ ਨਾਲ ਕਿਰਿਆ ਕਰਦੀ ਹੈ, ਜਿਹੜਾ ਕਿ ਅਸੀਂ ਸਾਹ ਲੈਂਦੇ ਹਾਂ। ਪ੍ਰੋਪਰ ਸਾਹ ਲੈਣਾ ਵੀ ਉਹਦੇ ਲਈ ਆਕਸੀਜਨ ਜ਼ਰੂਰੀ ਆ ਤੇ ਪੇੜ ਪੌਦੇ ਜ਼ਰੂਰੀ ਆ। ਜਿਹੜੇ ਪੇੜ ਪੌਦੇ ਆ ਉਹਨੂੰ ਅਸੀਂ ਦੋ ਕੈਟਾਗਰੀਜ਼ ਦੇ ਵਿੱਚ ਰੱਖ ਸਕਦੇ ਹਾਂ, ਜਿਵੇਂ ਇਨਡੋਰ ਪਲਾਂਟਸ ਤੇ ਆਊਟਡੋਰ ਪਲਾਂਟਸ। ਪਹਿਲਾਂ ਆਪਾਂ ਆਊਟਡੋਰ ਦੀ ਗੱਲ ਕਰਦੇ ਹਾਂ। ਜੇਕਰ ਪਹਿਲਾਂ ਟਰੀ ਲੱਗੇ ਹੋਏ ਆ ਜਾਂ ਤੁਸੀਂ ਲਵਾਉਣ ਜਾ ਰਹੇ ਹੋ ਤਾਂ ਇਹ ਗੱਲ ਖਿਆਲ 'ਚ ਰੱਖੋ ਕਿ ਈਸਟ ਸਾਈਡ ਤੇ ਨਾਰਥ ਸਾਈਡ ਤੇ ਬਹੁਤੇ ਉੱਚੇ ਪਲਾਂਟ ਨਹੀਂ ਲਾਉਣੇ। ਕਿਉਂ? ਕਿਉਂਕਿ ਉਹ ਈਸਟ ਤੋਂ ਆਉਣ ਵਾਲੀਆਂ ਜਾਂ ਨਾਰਥ ਤੋਂ ਆਉਣ ਵਾਲੀਆਂ ਜਿਹੜੀਆਂ ਪੋਜ਼ਿਟਿਵ ਲਾਈਟ ਦੀਆਂ ਕਿਰਨਾਂ ਹੈਗੀਆਂ ਉਹਨੂੰ ਰੋਕਣਗੇ। ਫਿਰ ਉਹੀ ਗੱਲ ਜਿਵੇਂ ਹੱਡੀਆਂ ਦੀ ਕਮਜ਼ੋਰੀ, ਸੂਰਜ ਦੀ ਰੋਸ਼ਨੀ ਘੱਟ ਪ੍ਰਾਪਤ ਹੋਊਗੀ। ਆਕਸੀਜਨ ਤਾਂ ਉਹ ਦੇਣਗੇ ਪਰ ਨਾਲ ਹੀ ਉਹ ਇੱਕ ਚੀਜ਼ ਰੋਕ ਰਹੇ ਨੇ, ਉਹ ਸੂਰਜ ਦੀ ਰੋਸ਼ਨੀ ਨੂੰ ਘਟਾ ਰਹੇ ਆ, ਜਿਹੜੀ ਕਿ ਸਾਡੇ ਲਈ ਬਹੁਤ ਜ਼ਰੂਰੀ ਆ। ਫਿਰ ਇਹ ਕਿਹੜੇ ਪਾਸੇ ਹੋਣੇ ਚਾਹੀਦੇ ਆ? ਸੋ ਜਿਹੜੇ ਵੀ ਵੱਡੇ ਟਰੀ ਨੇ ਜਾਂ ਵੱਡੇ ਆਊਟਡੋਰ ਪਲਾਂਟਸ ਨੇ ਉਹ ਆਪਾਂ ਨੂੰ ਸਾਊਥ ਵੈਸਟ ਦਿਸ਼ਾ ਵੱਲ ਜਿਹੜੇ ਆ ਜਾਂ ਵੈਸਟ ਵੱਲ, ਵੈਸਟ ਸਾਊਥ ਤੇ ਸਾਊਥ ਵੈਸਟ ਇਸ ਕਾਰਨਰ ਦੇ ਵਿੱਚ ਲਗਾਉਣੇ ਚਾਹੀਦੇ ਆ। ਇਹਦੇ ਦੋ ਰੀਜ਼ਨ ਬਣ ਜਾਂਦੇ। ਇੱਕ ਤਾਂ ਜਿਹੜੀ ਨਾਰਥ ਤੇ ਈਸਟ ਵਾਲੇ ਪਾਸਿਓਂ ਆਉਣ ਵਾਲੀ ਜਿਹੜੀ ਪੋਜ਼ਿਟਿਵ એનર્ਜੀ ਆ ਉਹ ਉਧਰੋਂ ਐਂਟਰ ਹੋ ਕੇ ਜਦੋਂ ਪੌਦੇ ਰੋਕਦੇ ਆ ਤਾਂ ਉਹ ਜ਼ਿਆਦਾ ਦੇਰ ਤੱਕ ਘਰ 'ਚ ਰਹਿੰਦੀ ਆ। ਦੂਸਰੀ ਗੱਲ, ਜਿਹੜਾ ਸੂਰਜ ਹੈ ਉਹ ਈਸਟ ਵੱਲੋਂ ਚੜ੍ਹ ਕੇ ਯਾਨੀ ਪੂਰਬ ਵੱਲੋਂ ਚੜ੍ਹ ਕੇ ਉਹ ਸਾਊਥ ਵੱਲ ਦੀ ਗੇੜਾ ਕੱਢਦਾ ਹੋਇਆ ਪੱਛਮ ਵੱਲ ਛੁਪਦਾ ਹੈ। ਸਵੇਰੇ ਜਦੋਂ ਸੂਰਜ ਚੜ੍ਹਦਾ ਹੈ ਤਾਂ ਉਸ ਵੇਲੇ ਜਿਹੜੀ ਉਹ 'ਚੋਂ ਪ੍ਰਕਾਸ਼ ਦੀਆਂ ਕਿਰਨਾਂ ਨਿਕਲਦੀਆਂ ਨੇ ਉਹਨਾਂ ਦੀ ਜਿਹੜੀ ਵੇਵ ਲੈਂਥ ਹੈਗੀ, ਉਹਨਾਂ ਦਾ ਜਿਹੜਾ ਸਪੈਕਟਰਮ ਹੈ ਉਹ ਸਾਡੀ ਹੈਲਥ ਲਈ ਗੁੱਡ ਹੁੰਦਾ। ਪਰ ਸ਼ਾਮ ਨੂੰ ਜਿਹੜੀ ਉਹਦੀਆਂ ਕਿਰਨਾਂ ਨੇ ਉਹਨਾਂ ਦੀ ਜਿਹੜੀ ਵੇਵ ਲੈਂਥ ਹੁੰਦੀ ਆ, ਉਹਨਾਂ ਦਾ ਜਿਹੜਾ ਸਪੈਕਟਰਮ ਹੈ ਉਹ ਸਾਡੇ ਲਈ ਲਾਭਦਾਇਕ ਨਹੀਂ ਹੁੰਦਾ। ਸੋ ਜਿਉਂ-ਜਿਉਂ ਦਿਨ ਢਲਦਾ ਜਾਂਦਾ ਹੈ, ਜੇਕਰ ਵੈਸਟ ਸਾਈਡ ਤੇ ਜਿਹੜੇ ਪੇੜ ਪੌਦੇ ਆ ਉਹ ਜ਼ਿਆਦਾ ਉੱਚੇ ਲੱਗੇ ਹੋਏ ਆ ਤਾਂ ਉਹ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਸਾਨੂੰ ਬਚਾਉਂਦੇ ਆ। ਇਹ ਹੋ ਗਈ ਆਊਟਡੋਰ ਪਲਾਂਟਸ ਦੀ ਗੱਲ। ਕਈ ਵਾਰ ਕੁਝ ਵੈਸੇ ਲਾਭਦਾਇਕ ਪੌਦੇ ਹੁੰਦੇ ਆ, ਜਿਵੇਂ ਤੁਲਸੀ ਆਪਾਂ ਕਹਿ ਦਿੰਦੇ ਆ, ਰਿਲੀਜੀਅਸ ਪਲਾਂਟ ਮੰਨਿਆ ਗਿਆ। ਕਈ ਵਾਰ ਇਹ ਲੱਗਦਾ ਵੀ ਪਤਾ ਨਹੀਂ ਇਹਨੂੰ ਉੱਦਾਂ ਹੀ ਧਰਮ ਨਾਲ ਜੋੜਤਾ। ਐਕਚੁਅਲੀ ਜਿਹੜੇ ਸਾਡੇ ਆਪਣੇ ਐਨਸੈਸਟਰ ਰਹੇ ਆਪਾਂ ਸਾਰਿਆਂ ਦੇ, ਉਹ ਬੜੇ ਜਿਵੇਂ ਸਮਝਦਾਰ ਸੀ, ਉਹਨਾਂ ਨੂੰ ਪਤਾ ਸੀ ਵੀ ਲੋਕ ਧਰਮ ਦੇ ਨਾਂ ਤੋਂ ਜ਼ਿਆਦਾ ਡਰਦੇ ਆ, ਤਾਂ ਜਿਹੜੀ ਚੀਜ਼ ਉਹਨਾਂ ਨੂੰ ਲੱਗਦੀ ਸੀ ਵੀ ਇਹ ਲੋਕਾਂ ਲਈ ਫਾਇਦੇਮੰਦ ਹੈ ਉਸ ਨੂੰ ਧਰਮ ਨਾਲ ਜੋੜ ਦਿੰਦੇ ਸੀ। ਸੋ ਜਿਹੜੀ ਤੁਲਸੀ ਹੈਗੀ, ਬੇਜ਼ਿਲ ਦਾ ਪਲਾਂਟ ਹੈਗਾ, ਇਹ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ। ਇਸ ਦੇ ਜਿਹੜੇ ਸਾਰੇ ਪਾਰਟਸ ਨੇ, ਚਾਹੇ ਉਹ ਸੀਡਸ ਨੇ, ਚਾਹੇ ਉਹਦੇ ਲੀਵਸ ਨੇ, ਚਾਹੇ ਉਹਦੀ ਰੂਟ ਆ, ਉਹ ਸਾਰੀ ਜਿਹੜੀ ਆ ਉਹ ਸਾਡੇ ਇਮਿਊਨਿਟੀ ਸਿਸਟਮ ਨੂੰ ਵਧਾਉਂਦੀ ਹੈ ਕਿਸੇ ਨਾ ਕਿਸੇ ਰੂਪ 'ਚ, ਜਦੋਂ ਆਪਾਂ ਉਹਨੂੰ ਫੂਡ ਦੇ ਰੂਪ ਦੇ ਵਿੱਚ ਯੂਜ਼ ਕਰਦੇ ਹਾਂ। ਸੋ ਜੇਕਰ ਜਿਹੜੀ ਤੁਲਸੀ ਹੈਗੀ ਵੈਸੇ ਤਾਂ ਨਾਰਥ ਈਸਟ ਕਾਰਨਰ 'ਚ ਵੀ ਠੀਕ ਹੁੰਦੀ ਹੈ, ਜਾਂ ਜਿਹੜੀ ਆਪਣੀ ਘਰ ਦੀ ਐਂਟਰੈਂਸ ਹੈਗੀ ਉਹਦੇ ਦੋਵੇਂ ਪਾਸੇ ਵੀ ਤੁਸੀਂ ਤੁਲਸੀ ਦੇ ਜਿਹੜੇ ਪਲਾਂਟ ਹੈ ਉਹ ਰੱਖ ਸਕਦੇ ਹੋ। ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜੀ ਹਵਾ, ਜਿਹੜੀ ਪੋਜ਼ਿਟਿਵ એનર્ਜੀ ਹੈ ਉਹ ਕਿੱਥੋਂ ਆਉਂਦੀ ਹੈ? ਡੋਰਸ ਰਾਹੀਂ ਜਾਂ ਵਿੰਡੋ ਰਾਹੀਂ। ਸੋ ਉੱਥੋਂ ਆਉਣ ਵਾਲੀ ਜਿਹੜੀ ਹਵਾ ਆ ਉਹ ਮੋਰ ਪੋਜ਼ਿਟਿਵ ਹੋ ਕੇ, ਮੋਰ ਪਿਉਰੀਫਾਈ ਹੋ ਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਸਾਨੂੰ ਸ਼ੁੱਧ ਹਵਾ ਜਿਹੜੀ ਆ ਉਹ ਜ਼ਿਆਦਾ ਜਿਹੜੀ ਤੁਲਸੀ ਦਾ ਪਲਾਂਟ ਦੇ ਸਕਦਾ ਹੈ। ਜਾਂ ਹੋਰ ਵੀ ਲਾਭਦਾਇਕ ਜਿਹੜੇ ਪੌਦੇ ਨੇ ਉਹ ਆਪਾਂ ਲਗਾ ਸਕਦੇ ਹਾਂ ਆਊਟਡੋਰ। ਖਾਸ ਕਰਕੇ ਜਿਹੜੀਆਂ ਹਰਬਸ ਦੇ ਪਲਾਂਟਸ ਹੁੰਦੇ ਆ, ਇਹ ਨਹੀਂ ਵੀ ਜੇ ਉਹ ਖਾਧੀਆਂ ਤਾਂ ਹੀ ਉਹ ਕਰਦੀਆਂ, ਪਰ ਹਵਾ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਪ੍ਰਭਾਵ ਹੈ ਉਹ ਛਾਇਆ ਰਹਿੰਦਾ।
ਜਾਪਾਨ ਦੇ ਵਿੱਚ ਇੱਕ ਹੁਣ ਪੂਰਾ ਪਾਰਕ ਹੀ ਉਹਨਾਂ ਨੇ ਬਣਾਇਆ ਜਿਹਦੇ ਵਿੱਚ ਪੂਰੇ ਉਹਨਾਂ ਨੇ ਹਰਬਸ ਦੇ ਪਲਾਂਟਸ ਲਾਏ ਹੈਗੇ ਆ, ਜਿਹਨੂੰ ਮੈਡੀਸਨਲ ਪੌਦੇ ਕਹਿ ਦਿੰਦੇ ਆ। ਉੱਥੇ ਲੋਕ ਵਾਕ ਕਰਨ ਜਾਂਦੇ ਆ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਉੱਥੇ ਦੀ ਹਵਾ ਆ ਉਹ ਲੈ ਸਕਣ ਤੇ ਨੈਚੁਰਲ ਤਰੀਕੇ ਨਾਲ ਉਹਨਾਂ ਦੀ ਜਿਹੜੀ ਬਾਡੀ ਦੇ ਵਿੱਚ ਇਮਿਊਨ ਸਿਸਟਮ ਹੈ ਜਿਹੜਾ ਉਹ ਪੈਦਾ ਹੋ ਸਕੇ। ਜਿੱਥੋਂ ਤੱਕ ਗੱਲ ਆਪਾਂ ਇਨਡੋਰ ਪਲਾਂਟਸ ਦੀ ਕਰਦੇ ਹਾਂ ਤਾਂ ਉੱਥੇ ਆਪਾਂ ਗੱਲ ਕਰਦੇ ਹਾਂ ਕਿ ਹਾਂ ਆਪਾਂ ਕੰਡਿਆਂ ਵਾਲੇ ਨਹੀਂ ਰੱਖਣੇ ਜਾਂ ਕਿੱਦਾਂ। ਇੱਕ ਤਾਂ ਵੈਸੇ ਵਾਸਤੂ ਦੇ ਅਨੁਸਾਰ ਵੀ ਗਲਤ ਹੈ ਤੇ ਹੈਲਥ ਨੂੰ ਵੀ ਪ੍ਰਭਾਵਿਤ ਕਰਦੇ ਆ, ਤੇ ਨਾਲ ਹੀ ਕਈਆਂ ਨੂੰ ਆਦਤ ਹੁੰਦੀ ਆ ਵੀ ਬੈੱਡਰੂਮ ਦੇ ਵਿੱਚ ਪਲਾਂਟਸ ਰੱਖਦੇ ਆ। ਬੈੱਡਰੂਮ 'ਚ ਕਦੇ ਵੀ ਪਲਾਂਟ ਨਹੀਂ ਰੱਖਣੇ ਚਾਹੀਦੇ, ਕਿਉਂਕਿ ਪਲਾਂਟਸ ਦੇ ਇੱਕ ਤਾਂ ਜਿੱਥੇ ਪੱਤੇ ਜਿਹੜੇ ਗਲ ਸੜ ਕੇ ਗਿਰਦੇ ਨੇ, ਕੋਈ ਨਾ ਕੋਈ ਪੱਤਾ ਜਿਹੜਾ ਡੈੱਡ ਹੈਗਾ ਉਹਨੂੰ ਕਹਿ ਦਿੰਦੇ ਆ ਨੈਗੇਟਿਵਿਟੀ ਲਿਆਉਂਦਾ। ਨੈਗੇਟਿਵਿਟੀ ਕਿਵੇਂ ਲਿਆਊਗਾ? ਉਹ ਪੱਤੇ ਜਿਹੜੇ ਸੜਦੇ ਨੇ ਤਾਂ ਉੱਥੇ ਜਿਹੜੇ ਨੇ ਜਰਮਸ ਪੈਦਾ ਹੁੰਦੇ ਆ। ਸੋ ਜਰਮਸ ਜਿਹੜੇ ਬਿਮਾਰੀਆਂ ਵੀ ਕਰ ਸਕਦੇ ਆ, ਜਾਂ ਫਿਰ ਜਿਹੜੇ ਮੱਖੀਆਂ ਮੱਛਰ ਜਾਂ ਆਪਾਂ ਕਹਿ ਲਈਏ ਫਰੂਟ ਫਲਾਈਜ਼ ਵੀ ਉਹਨਾਂ 'ਤੇ ਕਈ ਵਾਰ ਉਹਨਾਂ ਪੌਦਿਆਂ ਦੇ ਉਸ ਤਰ੍ਹਾਂ ਦੇ ਜੀਵ ਜਿਹੜੇ ਆ ਉਹ ਆਉਣੇ ਸ਼ੁਰੂ ਹੋ ਜਾਂਦੇ ਆ, ਜਿਹੜੇ ਕਿ ਜਦੋਂ ਸੁੱਤੇ ਹੋਵੋ ਤੁਸੀਂ ਤਾਂ ਉਹ ਲੜ ਵੀ ਸਕਦੇ ਆ ਜਾਂ ਜੀਵ ਉਹ ਤੁਹਾਨੂੰ ਕਿਤੇ ਨਾ ਕਿਤੇ ਜਿਵੇਂ ਕਹਿ ਦਿਓ ਵੀ ਡੰਗ ਮਾਰ ਸਕਦੇ ਆ, ਉਹ ਕੋਈ ਨਾ ਕੋਈ ਬਿਮਾਰੀ ਦਾ ਕਾਰਨ ਬਣ ਸਕਦੇ ਆ। ਹੁਣ ਜਿਹੜੇ ਮੱਛਰ ਨੇ ਉਹ ਚਾਹੇ ਮਲੇਰੀਆ ਕਰਨ ਜਾਂ ਕੋਈ ਹੋਰ ਰੋਗ ਕਰਨ ਤਾਂ ਉਹ ਜੀਵ ਜੰਤੂ ਜਿਹੜੇ ਨੇ ਉਹ ਨਿੱਕੇ ਜਿਹੜੇ ਜੀਵ ਜੰਤੂ ਹੈ ਉਹ ਬਿਮਾਰੀਆਂ ਦਾ ਕਾਰਨ ਬਣ ਸਕਦੇ ਆ। ਸੋ ਆਪਾਂ ਨੇ ਜਿਹੜੇ ਪੌਦੇ ਲਾਉਣੇ ਆ ਸਿਹਤ ਲਈ ਉਹ ਵਧੀਆ ਪੌਦੇ ਜਿਹੜੇ ਹਰਬਸ ਦੇ ਆ ਉਹ ਲਾਓ, ਤੇ ਜ਼ਿਆਦਾ ਜਿਹੜੇ ਪੌਦੇ ਨੇ ਉਹ ਸਾਊਥ ਤੇ ਵੈਸਟ ਸਾਈਡ ਤੇ 3 ਸਾਈਡਸ ਹੋ ਗਈਆਂ। ਵੈਸਟ ਸਾਈਡ ਪੱਛਮ ਛਿਪ ਦਾ ਪਾਸਾ, ਸਾਊਥ ਸਾਈਡ ਦੱਖਣ ਤੇ ਸਾਊਥ ਵੈਸਟ ਦਾ ਜਿਹੜਾ ਕਾਰਨਰ ਹੈਗਾ ਉੱਥੇ ਲਾਉਣੇ ਚਾਹੀਦੇ ਆ ਤਾਂ ਕਿ ਜਿਹੜੀ ਸਾਡੀ ਸਿਹਤ ਆ ਉਹ ਵਧੀਆ ਰਹਿ ਸਕੇ। ਇਸ ਤੋਂ ਇਲਾਵਾ ਜਿਨ੍ਹਾਂ ਨੂੰ ਕਈ ਵਾਰ ਦੀਰਘ ਰੋਗ ਹੁੰਦੇ ਆ, ਜਿਵੇਂ ਕੈਂਸਰ ਵਰਗੇ ਜਿਹੜੇ ਰੋਗ ਨੇ, ਏਡਸ ਦਾ ਹੋ ਗਿਆ, ਡਾਇਬਟੀਜ਼ ਦਾ ਹੋ ਗਿਆ, ਦੀਰਘ ਰੋਗ ਜਿਹੜੇ ਹੁੰਦੇ ਆ ਉਹਦੇ ਲਈ ਫੇਂਗ ਸ਼ੂਈ ਦੇ ਵਿੱਚ ਜਿਹੜਾ ਟੋਰਟਵਾਈਜ਼ ਹੁੰਦਾ ਜਾਂ ਕਛੂਆ ਕਹਿ ਦਿੰਦੇ ਆ ਉਹ ਰੱਖਿਆ ਜਾ ਸਕਦਾ ਆ। ਉਹ ਆਪਣੇ ਰੂਮ ਦੇ ਤੁਸੀਂ ਸਾਊਥ ਵੈਸਟ ਕਾਰਨਰ 'ਚ ਵੀ ਰੱਖ ਸਕਦੇ ਹੋ ਜੇ ਮੈਟੈਲਿਕ ਹੈਗਾ ਆ। ਕਈ ਲੋਕ ਘਰ ਦੇ ਵਿੱਚ ਪੌਂਡ ਬਣਾ ਲੈਂਦੇ ਆ ਛੋਟਾ ਜਿਹਾ ਜਾਂ ਕੁਛ ਇੱਦਾਂ ਦੀ ਚੀਜ਼ ਜਿਹੜੀ ਹੈ, ਤਾਂ ਉੱਥੇ ਵੀ ਉਹ ਜਿਹੜਾ ਜਿਵੇਂ ਕਹਿ ਦਿਓ ਲਿਵਿੰਗ ਕਛੂਆ ਵੀ ਰੱਖ ਸਕਦੇ ਆ। ਉਹ ਲੰਬੀ ਆਯੂ ਦਾ ਪ੍ਰਤੀਕ ਹੈ। ਇਹ ਪ੍ਰਤੀਕ ਐਕਚੁਅਲੀ ਕੀ ਆ, ਸਾਡੇ ਬ੍ਰੇਨ ਨੂੰ ਐਨਹਾਂਸ ਕਰਦੇ ਆ ਜਦੋਂ ਅਸੀਂ ਥਿੰਕਿੰਗ ਕੋਈ ਵੀ ਦੇਖਦੇ ਹਾਂ। ਜਿਵੇਂ ਕਲਰਸ ਦੀ ਗੱਲ ਕਰੀਏ, ਰੈੱਡ ਕਲਰ ਜਿਹੜਾ ਐਂਗਜ਼ਾਇਟੀ ਦਿੰਦਾ। ਸੋ ਜਿਹਨੂੰ ਐਨਰਜੀ ਘੱਟ ਹੈ, ਬਹੁਤ ਜ਼ਿਆਦਾ ਲੋ ਐਨਰਜੀ ਰਹਿੰਦੀ ਹੈ, ਜਿਹਦਾ ਕਿ ਮੰਗਲ ਵਧੀਆ ਨਹੀਂ ਹੈਗਾ, ਉੱਥੇ ਅਸੀਂ ਰੈੱਡ ਕਲਰ ਯੂਜ਼ ਕਰ ਸਕਦੇ ਹਾਂ ਪਰ ਇੱਕ ਲਿਮਿਟ ਦੇ ਵਿੱਚ। ਜੇਕਰ ਆਪਾਂ ਬਹੁਤ ਜ਼ਿਆਦਾ ਜਿਹੜਾ ਬਰਾਈਟ ਰੈੱਡ ਕਲਰ ਜਿਹੜਾ ਆ ਉਹ ਰੂਮ ਦੇ ਵਿੱਚ ਕਰ ਲੈਂਦੇ ਹਾਂ, ਹੌਲੀ ਹੌਲੀ ਐਂਗਜ਼ਾਇਟੀ ਦੀ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਆ। ਜੇ ਆਪਾਂ ਜ਼ਿਆਦਾ ਬਲੂ ਕਲਰ ਜਾਂ ਬਲੈਕ ਕਲਰ ਕਰਦੇ ਹਾਂ ਉਹ ਡਿਪਰੈਸ਼ਨ ਦੀ ਪ੍ਰੋਬਲਮ ਦਿੰਦਾ, ਸੈਡਨੈਸ ਦੀ ਪ੍ਰੋਬਲਮ ਦਿੰਦਾ। ਜੇ ਜ਼ਿਆਦਾ ਵਾਈਟ ਹੀ ਵਾਈਟ ਸਾਰੇ ਪਾਸੇ ਕਰ ਲੈਂਦੇ ਹਾਂ ਤਾਂ ਉਹ ਵੀ ਇੱਕ ਉਦਾਸੀਨਤਾ ਦਿੰਦਾ ਆ। ਬੰਦੇ 'ਚ ਪਿਓਰਿਟੀ ਜ਼ਿਆਦਾ ਦੇ ਦਿੰਦਾ, ਸਪਿਰਿਚੁਅਲ ਪਿਓਰਿਟੀ ਦੇ ਦਿੰਦਾ, ਤਾਂ ਬੰਦਾ ਓਨਾ ਪ੍ਰੈਕਟੀਕਲ ਨਹੀਂ ਰਹਿੰਦਾ। ਸੋ ਇਹ ਕਲਰ ਕੰਬੀਨੇਸ਼ਨ ਵੀ ਹੋ ਜਾਂਦਾ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਆਪਾਂ ਇਹਨਾਂ ਦਾ ਜੋ ਰੋਗਾਂ ਦੇ ਨਾਲ ਕਿਹੜੇ ਪਲੈਨਟ ਦਾ ਕਿਹੜੀ ਤੱਤ ਦੀ ਘਾਟ ਹੈਗੀ ਆ ਉਹ ਆਪਾਂ ਦੇਖ ਕੇ ਉੱਦਾਂ ਦੇ ਕਲਰ ਯੂਜ਼ ਕਰ ਸਕਦੇ ਹਾਂ। ਜਾਂ ਕੋਈ ਹੋਰ ਅਜਿਹੀ ਚੀਜ਼ ਹੈਗੀ ਜਿਵੇਂ ਆਮ ਕਰਕੇ ਬ੍ਰਹਮ ਸਥਾਨ ਦਾ ਦੋਸ਼ ਹੁੰਦਾ, ਉੱਥੇ ਲਾਈਟ ਨਾਲ ਆਪਾਂ ਠੀਕ ਕਰ ਸਕਦੇ ਹੁੰਦੇ ਹਾਂ। ਜਾਂ ਫਿਰ ਕੁਛ ਪਿਰਾਮਿਡ ਵਗੈਰਾ ਲਗਾਏ ਜਾ ਸਕਦੇ ਹੁੰਦੇ ਆ, ਕਿਉਂਕਿ ਪਿਰਾਮਿਡ ਨਾਲ ਜਿਹੜੀ ਐਨਰਜੀ ਆ ਉਹ ਕੇਂਦਰਿਤ ਕੀਤੀ ਜਾਂਦੀ ਆ, ਉਹਨੂੰ ਆਪਾਂ ਕਹਿ ਸਕਦੇ ਹਾਂ ਸੈਂਟਰ 'ਚ ਫੋਕਸ ਕਰ ਲਈ ਜਾਂਦੀ ਹੈ ਐਨਰਜੀ। ਸੋ ਇਹ ਚੀਜ਼ਾਂ ਜਿਹੜੀਆਂ ਨੇ ਆਪਾਂ ਇਹਨਾਂ ਦੇ ਨਾਲ ਕੁਛ ਨਾ ਕੁਛ ਜਿਹੜੀ ਵਾਸਤੂ ਦੀ ਰੈਮੀਡੀਜ਼ ਕਰਕੇ ਆਪਾਂ ਘਰ ਨੂੰ ਜ਼ਿਆਦਾ ਰਹਿਣਯੋਗ ਬਣਾ ਸਕਦੇ ਹਾਂ। ਅਤੇ ਕਈ ਚੀਜ਼ਾਂ ਤੋਂ ਕਈ ਜਿਵੇਂ ਰੋਗਾਂ ਤੋਂ ਕਹਿ ਲਓ ਜਾਂ ਕੋਈ ਹੋਰ ਨੈਗੇਟਿਵਿਟੀ ਤੋਂ ਬਚਿਆ ਜਾ ਸਕਦਾ। ਸੋ ਇਹ ਸੀ ਆਪਣਾ ਅੱਜ ਦਾ ਐਪੀਸੋਡ। ਜੇਕਰ ਤੁਹਾਡਾ ਕੋਈ ਕੁਐਸਚਨ ਹੈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਮੈਸੇਜ ਵੀ ਕਰ ਸਕਦੇ ਹੋ। ਅਤੇ ਜੇਕਰ ਤੁਸੀਂ ਅੱਜ ਦਾ ਐਪੀਸੋਡ ਕਿਤੇ ਸਕਿਪ ਕਰ ਗਏ ਤਾਂ ਤੁਸੀਂ YouTube 'ਤੇ ਵੀ ਜਾ ਕੇ ਦੇਖ ਸਕਦੇ ਹੋ। ਅਤੇ ਅਗਲੇ ਹਫਤੇ ਆਪਾਂ ਗੱਲ ਕਰਾਂਗੇ ਸੰਤਾਨ ਪ੍ਰਾਪਤੀ ਦੇ ਵਿੱਚ IVF ਦੇ ਯੋਗ ਦੀ, ਯਾਨੀ ਕਿਹਨਾਂ ਕੁੰਡਲੀਆਂ ਦੇ ਵਿੱਚ ਜਾਂ ਕਿਹਨਾਂ ਪਰਸਨਸ ਨੂੰ ਜਿਹੜੀ ਸੰਤਾਨ ਪ੍ਰਾਪਤੀ ਆ ਉਹ IVF ਰਾਹੀਂ ਹੁੰਦੀ ਆ। ਸੋ ਇਸੇ ਦੇ ਨਾਲ ਆਗਿਆ ਚਾਹੁੰਦੀ ਹਾਂ। ਧੰਨਵਾਦ। ਸਤਿ ਸ਼੍ਰੀ ਅਕਾਲ।